परम सत्कारयोग साध संगत जी, रसना पवित्र करिए ते आखिए धन श्री सतगुरु राम सिंह जी, धन श्री सतगुरु जगजीत सिंह जी, धन श्री सतगुरु उदय सिंह जी। साध संगत जी, आज दी साखी दा सिरलेख है कूका अंदोलन दे शहीद नामधारी सिंह। साध संगत जी, किसी कवि ने लिखा है, ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਖਾਲਸਾ ਪੰਥ ਢਹਿੰਦੀ ਕਲਾ ਵਿੱਚ ਜਾ ਰਿਹਾ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦੇ ਚੜ੍ਹਾਈ ਕਰਨ ਮਗਰੋਂ ਉਸਦੇ ਪਰਿਵਾਰ ਵਿੱਚੋਂ ਰਾਜ ਤਖਤ 'ਤੇ ਬੈਠਣ ਵਾਲੇ ਹਰ ਉੱਤਰਾਧਿਕਾਰੀ ਦਾ ਵਾਰੋ ਵਾਰੀ ਕਤਲ ਹੋਣ ਲੱਗਾ ਅਤੇ 5 ਸਾਲ ਦੇ ਅਰਸੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਪਰਿਵਾਰ ਤਬਾਹ ਹੋ ਗਿਆ ਤੇ ਪੰਜਾਬ ਤੇ ਅੰਗਰੇਜ਼ ਹਾਕਮ ਕਾਬਜ਼ ਹੋ ਗਏ। ਉਸ ਵੇਲੇ ਧਰਮ ਪ੍ਰਚਾਰ ਤਾਂ ਉੱਕਾ ਹੀ ਖਤਮ ਹੋ ਚੁੱਕਾ ਸੀ। ਗੁਰਮਤਿ ਦੀ ਥਾਂ ਮਨਮਤ ਨੇ ਲੈ ਲਈ ਸੀ। ਇਸ ਸਮੇਂ ਪੰਜਾਬ ਵਿੱਚ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਸ਼੍ਰੀ ਦਸ਼ਮੇਸ਼ ਜੀ ਦੀ ਅਲੋਪ ਹੋ ਰਹੀ ਸਿੱਖ ਮਰਿਆਦਾ ਨੂੰ ਪੁਨਰ ਸੁਰਜੀਤ ਕੀਤਾ। 12 ਅਪ੍ਰੈਲ ਸਨ 1857 ਨੂੰ ਵਿਸਾਖੀ ਵਾਲੇ ਦਿਨ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਮੁਰਝਾ ਚੁੱਕੀ ਸਿੱਖੀ ਨੂੰ ਸੁਰਜੀਤ ਕਰਨ ਲਈ ਸ਼੍ਰੀ ਭੈਣੀ ਸਾਹਿਬ ਵਿਖੇ ਖੰਡੇ ਦਾ ਅੰਮ੍ਰਿਤ ਤਿਆਰ ਕਰਾ ਕੇ ਸੰਤ ਖਾਲਸਾ ਦੀ ਸਿਰਜਣਾ ਕੀਤੀ। ਸਿੱਖਾਂ ਵਿੱਚੋਂ ਖਤਮ ਹੋ ਚੁੱਕੀ ਮਰਿਆਦਾ ਤੇ ਭਾਵਨਾ ਨੂੰ ਪੁਨਰ ਜਨਮ ਦਿੱਤਾ। ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਲੋਕਾਂ ਨੂੰ ਗੁਰਮਤਿ ਵੱਲ ਲਾਉਣ ਲਈ ਪੰਜਾਬ ਵਿੱਚ ਥਾਂ-ਥਾਂ ਦੌਰੇ ਕੀਤੇ। ਬਾਣੀ ਪੜ੍ਹਨ ਅਤੇ ਨਾਮ ਸਿਮਰਨ ਲਈ ਲੋਕਾਂ ਨੂੰ ਪ੍ਰੇਰਿਆ। ਭਾਰਤ ਵਾਸੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਉਹਨਾਂ ਨੂੰ ਗੁਲਾਮੀ ਦੀ ਗੂੜੀ ਨੀਂਦ ਵਿੱਚ ਸੁਆਉਣ ਅਤੇ ਉਹਨਾਂ ਨੂੰ ਇੱਕ ਦੂਜੇ ਨਾਲ ਲੜਾਉਣ ਦੇ ਮਨੋਰਥਾਂ ਹਿਤ ਅੰਗਰੇਜ਼ਾਂ ਦੀ ਪ੍ਰਵਾਨਗੀ ਨਾਲ ਖੋਲ੍ਹੇ ਗਏ ਬੁੱਚੜਖਾਨੇ ਭਾਰਤੀਆਂ ਲਈ ਵਗਾਰ ਬਣ ਗਏ ਸਨ। ਇਸ ਵੰਗਾਰ ਦੇ ਪ੍ਰਤੀ ਨਾਮਧਾਰੀ ਸਿੰਘਾਂ ਨੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਖਾਨਿਆਂ 'ਤੇ ਹਮਲੇ ਕਰਕੇ ਅੰਗਰੇਜ਼ਾਂ ਦੇ ਨਾਲ ਸਿੱਧੀ ਟੱਕਰ ਲਿੱਤੀ। ਅੰਮ੍ਰਿਤਸਰ ਵਿਖੇ ਬੁੱਚੜਖਾਨਿਆਂ 'ਤੇ ਹੱਲਾ ਬੋਲ ਕੇ ਗਊਆਂ ਦੇ ਦੋਸ਼ ਵਿੱਚ ਅੰਮ੍ਰਿਤਸਰ ਵਿਖੇ 4 ਨਾਮਧਾਰੀ ਸਿੱਖਾਂ ਨੂੰ ਅੰਮ੍ਰਿਤਸਰ ਦੇ ਰਾਮਬਾਗ ਕੋਲ ਇੱਕ ਵੱਡੇ ਬੋਹੜ ਨਾਲ ਫਾਂਸੀ ਦੇ ਕੇ ਸ਼ਹੀਦ ਕੀਤਾ। ਕੁਝ ਸਿੱਖਾਂ ਨੂੰ ਪਾਣੀ ਦੀ ਸਜ਼ਾ ਹੋਈ। ਅੰਗਰੇਜ਼ਾਂ ਨੇ ਭਾਰਤ ਵਿੱਚ ਆਪਣਾ ਰਾਜ ਬਣਾਉਣ ਲਈ ਫੂਟ ਡਾਲੋ ਔਰ ਰਾਜ ਕਰੋ ਦੀ ਨੀਤੀ ਨੂੰ ਆਧਾਰ ਬਣਾਇਆ ਸੀ। ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਪਾਉਣ ਲਈ ਯੂਨਾਈਟ ਐਂਡ ਫਾਈਟ ਦੀ ਨੀਤੀ ਦਾ ਪ੍ਰਚਾਰ ਕੀਤਾ। ਅੰਗਰੇਜ਼ਾਂ ਨੇ ਜਗ੍ਹਾ ਜਗ੍ਹਾ ਗਾਂਵ-ਵੱਧ ਕਰਨ ਲਈ ਬੁੱਚੜਖਾਨੇ ਖੋਲ੍ਹੇ ਅਤੇ ਨਾਮਧਾਰੀ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ। ਨਾਮਧਾਰੀ ਸਿੱਖਾਂ ਨੇ ਅੰਮ੍ਰਿਤਸਰ ਅਤੇ ਰਾਏਕੋਟ ਬੁੱਚੜਖਾਨੇ 'ਤੇ ਧਾਵਾ ਬੋਲਿਆ। ਬੁੱਚੜਾਂ ਨੂੰ ਮਾਰ ਦਿੱਤਾ ਅਤੇ ਗਾਵਾਂ ਨੂੰ ਮੁਕਤ ਕਰ ਦਿੱਤਾ। ਅੰਗਰੇਜ਼ ਇਹ ਵਿਦਰੋਹ ਦੇਖ ਕੇ ਬੌਖਲਾ ਗਏ। ਉਹਨਾਂ ਨੇ ਬੇਕਸੂਰ ਲੋਕਾਂ ਨੂੰ ਮਾਰ ਪੀਟ ਕਰਕੇ ਜ਼ੁਲਮ ਕਬੂਲ ਕਰਵਾ ਕੇ ਸਜ਼ਾ ਦੇਣ ਦੀ ਯੋਜਨਾ ਬਣਾਈ, ਪਰ ਨਾਮਧਾਰੀ ਸਿੱਖਾਂ ਨੇ ਅਦਾਲਤ ਵਿੱਚ ਸਹੀ ਪ੍ਰਮਾਣ ਦੇ ਕੇ ਅੰਗਰੇਜ਼ਾਂ ਦੀ ਅੰਧੀ ਨੀਤੀਆਂ ਦਾ ਪਰਦਾ ਫਾਸ਼ ਕਰ ਦਿੱਤਾ। ਮਲੌਦ ਦੇ ਝਗੜੇ ਤੋਂ ਬਾਅਦ 15 ਜਨਵਰੀ 1872 ਈਸਵੀ ਨੂੰ ਸਰਦਾਰ ਹੀਰਾ ਸਿੰਘ ਅਤੇ ਸਰਦਾਰ ਲਹਿਣਾ ਸਿੰਘ ਦੇ ਜਥੇ ਨੇ ਮਲੇਰਕੋਟਲੇ 'ਤੇ ਧਾਵਾ ਬੋਲ ਦਿੱਤਾ। ਦੋਨੋਂ ਹੀ ਲੜਾਈ ਵਿੱਚ ਕਈ ਆਦਮੀ ਮਾਰੇ ਗਏ। ਸਰਦਾਰ ਹੀਰਾ ਸਿੰਘ ਦੀ ਖੱਬੀ ਬਾਂਹ ਕੱਟ ਗਈ, 10 ਸਿੱਖ ਮਾਰੇ ਗਏ ਅਤੇ 4 ਸਿੱਖ ਜ਼ਖਮੀ ਹੋ ਗਏ, ਜਿਨ੍ਹਾਂ ਬਾਅਦ ਵਿੱਚ ਮੁਕੱਦਮਾ ਚਲਾ ਕੇ ਕਾਲੇ ਪਾਣੀ ਦੀ ਸਜ਼ਾ ਝੇਲੀ ਅਤੇ ਜੇਲ੍ਹ ਵਿੱਚ ਸ਼ਹੀਦ ਹੋ ਗਏ। ਅੰਗਰੇਜ਼ ਨਾਮਧਾਰੀਆਂ ਦੇ ਇਸ ਵਿਦਰੋਹ ਤੋਂ ਬਹੁਤ ਪਰੇਸ਼ਾਨ ਹੋ ਗਏ ਅਤੇ ਮਨ ਵਿੱਚ ਠਾਣ ਲਈ ਕਿ ਇਹਨਾਂ ਵਿਦਰੋਹੀ ਨਾਮਧਾਰੀ ਸਿੱਖਾਂ ਨੂੰ ਮਾਰ ਦੇਣਗੇ। ਇਸ ਲਈ ਮਲੇਰਕੋਟਲੇ ਦੇ ਪਰੇਡ ਗਰਾਊਂਡ ਵਿੱਚ 9 ਤੋਪਾਂ ਮੰਗਵਾ ਕੇ
ਤਾਣ ਦਿੱਤੀਆਂ। ਨਾਮਧਾਰੀ ਸਿੱਖਾਂ ਦਾ ਜਥਾ 17 ਜਨਵਰੀ 1872 ਈਸਵੀ ਨੂੰ ਮਲੇਰਕੋਟਲੇ ਦੇ ਖੂਨੀ ਰੱਕੜ ਵਿੱਚ ਆਇਆ। ਅੰਗਰੇਜ਼ਾਂ ਦੇ ਲੀਡਰ DC ਕਾਵਨ ਨੇ ਜਥੇ ਦੇ ਮੁਖੀਆ ਸਰਦਾਰ ਹੀਰਾ ਸਿੰਘ ਤੋਂ ਪੁੱਛਿਆ, तुमने गदर क्यों मचाया है? हीरा सिंह ने उत्तर दिया, हम तुम्हारा राज नहीं चाहते, हम अपने भाइयों का राज चाहते हैं। हम फिर जन्म लेंगे, अपने हाथों में तलवार लेकर युद्ध करेंगे और तुम्हारा राज खत्म करेंगे। DC कावन ने ये सुन के आग बबूला हो गया ते बिना कोई कानूनी कार्रवाई किए बिना मुकदमा चलाए ਨਾਮਧਾਰੀ ਸਿੱਖਾਂ ਨੂੰ ਤੋਪਾਂ ਨਾਲ ਉਡਾਉਣ ਦਾ ਹੁਕਮ ਦੇ ਦਿੱਤਾ। ਭਾਈ ਹੀਰਾ ਸਿੰਘ ਤੇ ਭਾਈ ਲਹਿਣਾ ਸਿੰਘ ਇਸ਼ਨਾਨ ਕਰਕੇ ਤੋਪ ਅੱਗੇ ਖੜੇ ਹੋ ਗਏ। ਅੰਗਰੇਜ਼ ਜਲਾਦਾਂ ਨੇ ਕਿਹਾ, ਇਹਨਾਂ ਨੂੰ ਰੱਸੀ ਨਾਲ ਬੰਨ੍ਹ ਕੇ ਖੜਾ ਕਰੋ। ਸਿੰਘਾਂ ਨੇ ਕਿਹਾ, ਦੂਰ ਹਟੋ, ਅਸੀਂ ਆਪਣੇ ਆਪ ਤੋਪਾਂ ਦੇ ਸਾਹਮਣੇ ਜਾ ਖੜੇ ਹੋਵਾਂਗੇ। ਤਾਂ ਉਹ ਤੋਪਾਂ ਅੱਗੇ ਖੜੇ ਹੋ ਗਏ। ਅੰਗਰੇਜ਼ ਨੇ ਕਿਹਾ, ਪੀਠ ਕਰੋ। ਸਿੰਘਾਂ ਨੇ ਗੱਜ ਕੇ ਕਿਹਾ, ਪੀਠ ਨਹੀਂ ਕਰਾਂਗੇ, ਸਾਹਮਣੇ ਖੜਾਂਗੇ ਸੀਨਾ ਤਾਣ ਕੇ। 7 ਤੋਪਾਂ 7 ਵਾਰ ਚੱਲੀਆਂ। 49 ਸਿੱਖ ਟੁਕੜੇ ਟੁਕੜੇ ਹੋ ਕੇ ਸ਼ਹੀਦ ਹੋ ਗਏ। ਇਸ ਜਥੇ ਵਿੱਚ 12 ਸਾਲ ਦਾ ਇੱਕ ਬੱਚਾ ਬਿਸ਼ਨ ਸਿੰਘ ਵੀ ਸੀ। ਉਹਨੂੰ DC ਕਾਵਨ ਦੀ ਪਤਨੀ ਨੇ ਪੁੱਛਿਆ, ਤੂੰ ਕਹਿ ਦੇ ਕਿ ਮੈਂ ਰਾਮ ਸਿੰਘ ਦਾ ਸਿੱਖ ਨਹੀਂ, ਤੇਰੀ ਜਾਨ ਬਖਸ਼ ਦੇਵਾਂਗੇ। ਆਪਣੇ ਸਤਿਗੁਰੂ ਦਾ ਅਪਮਾਨ ਦੇਖ ਬਿਸ਼ਨ ਸਿੰਘ ਦੀ ਅੱਖਾਂ ਅੰਗਾਰਾ ਬਣ ਗਈਆਂ ਤੇ ਸ਼ੀਰ ਦੀ ਤਰ੍ਹਾਂ ਲਪਕ ਕੇ ਕਾਵਨ ਦੀ ਦਾੜੀ ਪਕੜ ਲਈ ਤੇ ਗਰਜ ਕੇ ਆਖਿਆ, ਜਰਾ ਫਿਰ ਤੋਂ ਬੋਲ, ਮੈਂ ਸਤਿਗੁਰੂ ਰਾਮ ਸਿੰਘ ਦਾ ਸਿੱਖ ਨਹੀਂ। ਇਹ ਦੇਖ ਕੇ ਸਿਪਾਹੀ ਘਬਰਾ ਗਏ। ਉਹਨਾਂ ਨੇ ਫੁਰਤੀ ਨਾਲ ਬਿਸ਼ਨ ਸਿੰਘ ਦੇ ਹੱਥ ਕੱਟ ਦਿੱਤੇ, ਫਿਰ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। 18 ਜਨਵਰੀ 1872 ਨੂੰ ਦੂਸਰੇ ਦਿਨ 16 ਹੋਰ ਸਿੱਖ ਸ਼ਹੀਦ ਕਰ ਦਿੱਤੇ। ਇਹਨਾਂ 16 ਸਿੱਖਾਂ ਵਿੱਚੋਂ ਇੱਕ ਸਰਦਾਰ ਵਰਿਆਮ ਸਿੰਘ ਸੀ। ਅੰਗਰੇਜ਼ ਸ਼ਾਸਕ ਨੇ ਵਰਿਆਮ ਸਿੰਘ ਨੂੰ ਤੋਪ ਦੇ ਅੱਗੋਂ ਹਟਣ ਵਾਸਤੇ ਕਿਹਾ, ਤੁਮ ਹਟ ਜਾਓ, तुम्हारा कद छोटा है। ਵਰਿਆਮ ਸਿੰਘ ਦੌੜ ਕੇ ਖੇਤਾਂ 'ਚੋਂ ਮਿੱਟੀ ਦੇ ਢੇਲੇ ਇਕੱਠੇ ਕਰਕੇ ਲਿਆਇਆ ਤੇ ਖੜਾ ਹੋ ਕੇ ਕਹਿਣ ਲੱਗਾ, ਟੀਲਾ ਬਣਾ ਕੇ। ਉਸ ਉੱਤੇ ਖੜਾ ਹੋ ਗਿਆ ਤੇ ਕਹਿਣ ਲੱਗਾ, ਦੇਖੋ ਬਿੱਲੇ, ਹੁਣ ਮੈਂ ਤੋਪ ਅੱਗੇ ਪੂਰਾ, ਤੋਪ ਚਲਾਓ। ਇਸ ਤਰ੍ਹਾਂ ਵਰਿਆਮ ਸਿੰਘ ਸ਼ਹੀਦ ਹੋ ਗਿਆ। ਤੋਪ ਚੱਲੀ ਤੇ ਵਰਿਆਮ ਸਿੰਘ ਸ਼ਹੀਦ ਹੋ ਗਿਆ। ਇਸ ਤਰ੍ਹਾਂ ਮਲੇਰਕੋਟਲਾ ਕਾਂਡ ਵਿੱਚ 10 ਸਿੱਖ ਲੜਦੇ ਹੋਏ, 4 ਕਾਲੇ ਪਾਣੀ ਦੀ ਸਜ਼ਾ ਕੱਟਦੇ ਹੋਏ ਤੇ 65 ਸਿੱਖ ਤੋਪਾਂ ਨਾਲ ਤੇ 1 ਸਿੱਖ ਤਲਵਾਰ ਨਾਲ, ਕੁੱਲ ਮਿਲਾ ਕੇ 80 ਨਾਮਧਾਰੀ ਸਿੱਖ ਸ਼ਹੀਦ ਹੋ ਗਏ। ਦੁਨੀਆ ਵਾਲੇ ਜਿੱਥੇ ਅੰਗਰੇਜ਼ ਦੇ ਇਸ ਅਨੋਖੇ ਇਨਸਾਫ ਨੂੰ ਵੇਖ ਕੇ ਤਰਾਹੀ ਤਰਾਹੀ ਕਰ ਰਹੇ ਸਨ, ਉੱਥੇ 66 ਸਿੱਖਾਂ ਦੀ ਸ਼ਹੀਦੀ ਤੋਂ ਪ੍ਰਭਾਵਿਤ ਹੁੰਦੇ ਇੱਕ ਦੂਜੇ ਨੂੰ ਆਖ ਰਹੇ ਸਨ, ਚਲੋ ਸਈਓ ਚੱਲ ਵੇਖਣ ਚਲੀਏ, ਚਲੋ ਸਈਓ ਚੱਲ ਵੇਖਣ ਚਲੀਏ। ਆਸ਼ਿਕ ਸੂਲੀ ਚੜ੍ਹਦੇ, ਆਸ਼ਿਕ ਸੂਲੀ ਚੜ੍ਹਦੇ, ਸੂਲੀ ਚੜ੍ਹਦੇ ਕਰਨ ਮਜ਼ਾਕਾਂ, ਮੌਤੋਂ ਮੂਲ ਨਾ ਡਰਦੇ। ਸਾਰੇ ਆਖ ਲਈਏ, ਧੰਨ ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਤੇ ਧੰਨ ਉਹਨਾਂ ਦੇ ਸਿੱਖ। ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ।